TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਅੱਜ ਜਿਹੜੀਆਂ ਖਬਰਾਂ ਤੁਹਾਡੇ ਰੂਬਰੂ ਕਰਨੀਆਂ ਨੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਗੱਲਬਾਤ ਕਰਨੀ ਹੈ, ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਕਰੀਮਾ ਬਲੋਚ ਦੀ ਹੱਤਿਆ ਦੇ ਮਾਮਲੇ ਵਿੱਚ ਕੈਨੇਡੀਅਨ ਦੂਤ ਘਰ ਦੇ ਬਾਹਰ ਹੋਇਆ ਪ੍ਰਦਰਸ਼ਨ। ਭਾਰਤ ਸਰਕਾਰ ਨੇ ਵਧਾਈ ਕੌਮਾਂਤਰੀ ਉਡਾਨਾਂ ਤੇ ਪਾਬੰਦੀ। ਨਵਜੋਤ ਸਿੱਧੂ ਨੇ ਵਿਵਾਦ ਭਖਣ ਤੋਂ ਬਾਅਦ ਮੰਗੀ ਮੁਆਫੀ। ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਮੁਲਾਕਾਤ, ਨਹੀਂ ਨਿਕਲ ਸਕਿਆ ਕੋਈ ਨਤੀਜਾ। ਕਿਸਾਨੀ ਮੁੱਦੇ ਦਾ ਇੱਕੋ ਇੱਕ ਹੱਲ, ਪ੍ਰਧਾਨ ਮੰਤਰੀ ਕਰਨ ਕਿਸਾਨਾਂ ਨਾਲ ਸਿੱਧੀ ਗੱਲ। ਹਰਿਆਣਾ ਵਿੱਚ ਭਾਜਪਾ ਨੂੰ ਕਰਾਰਾ ਝਟਕਾ। ਸਿੰਘੂ ਸਰਹੱਦ ਤੋਂ ਇੱਕ ਹੋਰ ਮੰਦਭਾਗੀ ਆਈ ਖਬਰ। ਕਿਸਾਨ ਅੰਦੋਲਨ ਵਿੱਚ ਟਿਕਰੀ ਸਰਹੱਦ ਤੇ ਵੀ ਹੋਈ ਇੱਕ ਨੌਜਵਾਨ ਦੀ ਮੌਤ। ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ ਇੱਕ ਹੋਰ ਕਿਸਾਨ ਨੇ ਰਸਤੇ ਵਿੱਚ ਤੋੜਿਆ ਦਮ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ। ਤੇ ਜੇਕਰ ਜਾਣਕਾਰੀਆਂ ਚੰਗੀਆਂ ਲੱਗੀਆਂ ਤਾਂ ਫਿਰ ਲਾਈਕ ਵਾਲਾ ਬਟਨ ਵੀ ਦਬਣਾ ਨਾ ਭੁੱਲਿਓ ਤੇ ਸ਼ੇਅਰ ਵਾਲਾ ਬਟਨ ਵੀ ਦਬਣਾ ਨਾ ਭੁੱਲਿਓ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਖਬਰਾਂ ਵੱਲ ਰੁਖ ਕਰੀਏ। ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਕੈਨੇਡਾ ਦੇ ਵਿੱਚ ਹੀ ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਸੀ ਕਰੀਮਾ ਬਲੋਚ। ਉਸ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋਈ ਤੇ ਜਾਣਕਾਰੀ ਮਿਲ ਰਹੀ ਹੈ ਕਿ ਕੱਲ੍ਹ ਅਮਰੀਕਾ ਦੇ ਵਿੱਚ ਕੈਨੇਡੀਅਨ ਦੂਤ ਘਰ ਦੇ ਬਾਹਰ ਇੱਕ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਹੋਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਂ ਤੇ ਇੱਕ ਉਹਨਾਂ ਨੇ ਯਾਦ ਪੱਤਰ ਵੀ ਦਿੱਤਾ, ਇੱਕ ਮੈਮੋਰੰਡਮ ਵੀ ਦਿੱਤਾ। ਬਲੋਚਿਸਤਾਨ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਕੇ ਲੋਕ ਆਪਣੀ ਨੇਤਾ ਕਰੀਮਾ ਮਹਿਰਾਬ ਲਈ ਇਨਸਾਫ ਦੀ ਮੰਗ ਵੀ ਕਰ ਰਹੇ ਹੈ। ਹੁਣ ਲੋਕਾਂ ਨੇ ਸੁਰੱਖਿਆ ਦਾ ਅਹਿਸਾਸ ਪੈਦਾ ਕਰਨ ਲਈ ਇਸ ਮਾਮਲੇ ਦੀ ਆਜ਼ਾਦ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਬਲੋਚ ਫਿਰਕੇ ਤੇ ਕਰੀਮਾ ਦੇ ਪਰਿਵਾਰਕ ਮੈਂਬਰਾਂ ਦੀ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਉਮੀਦ ਵੀ ਉਹ ਕਹਿੰਦੇ ਅਸੀਂ ਰੱਖ ਰਹੇ ਹਾਂ। ਬਲੋਚਿਸਤਾਨ ਸੂਬਾਈ ਅਸੈਂਬਲੀ ਦੀ ਸਾਬਕਾ ਪ੍ਰਧਾਨ ਵਹੀਦ ਬਲੋਚ ਨੇ ਉਹਨਾਂ ਨੇ ਆਖਿਆ ਕਿ ਟੋਰਾਂਟੋ ਵਿੱਚ ਕਰੀਮਾ ਬਲੋਚ ਦੀ ਹੱਤਿਆ ਸਿਆਸਤ ਤੋਂ ਪ੍ਰੇਰਿਤ ਹੈ। ਉਹਨਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫੌਜ ਅਤੇ ਉੱਥੋਂ ਦੀ ਖੁਫੀਆ ਏਜੰਸੀ ISI ਨੇ ਉਹਨਾਂ ਦੀ ਹੱਤਿਆ ਕੀਤੀ ਹੈ। ਵਹੀਦ ਨੇ ਆਖਿਆ ਕਿ ਕਰੀਮਾ ਬਲੋਚਿਸਤਾਨ ਵਿੱਚ ਕਮਜ਼ੋਰ ਵਰਗ ਦੀ ਆਜ਼ਾਦ ਆਵਾਜ਼ ਸਨ। ਉਹ ਪਾਕਿਸਤਾਨੀ ਫੌਜ ਅਤੇ ਉਸ ਦੀਆਂ ਨੀਤੀਆਂ ਦੀ ਕੱਟੜ ਆਲੋਚਕ ਵੀ ਸਨ। ਪ੍ਰਦਰਸ਼ਨ ਦੇ ਵਿੱਚ ਸ਼ਾਮਲ ਮਨੁੱਖੀ ਅਧਿਕਾਰ ਵਰਕਰ ਨਬੀ ਬਖਸ਼ ਬਲੋਚ ਨੇ ਕਿਹਾ ਕਿ ਕਰੀਮਾ ਨੂੰ ਪਾਕਿਸਤਾਨ ਵਿੱਚ ਜਾਣ ਦਾ ਖਤਰਾ ਸੀ। ਇਹੋ ਹੀ ਕਾਰਨ ਸੀ ਕਿ ਉਹਨਾਂ ਨੇ ਸਾਲ 2015 ਦੇ ਵਿੱਚ ਕੈਨੇਡਾ 'ਚ ਆ ਕੇ ਸਿਆਸੀ ਸ਼ਰਨ ਦੀ ਮੰਗ ਕੀਤੀ ਸੀ। ਉਹ ਕੈਨੇਡਾ ਵਿੱਚ ਰਹਿ ਕੇ ਵੀ ਬਲੋਚਿਸਤਾਨ ਦੇ ਲੋਕਾਂ ਲਈ ਲੜ ਰਹੇ ਸਨ। ਨਬੀ ਬਖਸ਼ ਨੇ ਇਹ ਵੀ ਆਖਿਆ ਕਿ ISI ਉਹਨਾਂ ਨੂੰ ਲਗਾਤਾਰ ਧਮਕੀਆਂ ਭਰੇ ਸੰਦੇਸ਼ ਭੇਜ ਰਹੀ ਸੀ। ਉਹ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦੇ ਸਨ। ਪਾਕਿਸਤਾਨ ਵਿੱਚ ਉਹਨਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਉਹਨਾਂ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਹਿਰਾਸਤ ਵਿੱਚ ਰੱਖ ਕੇ ਪਰੇਸ਼ਾਨ ਕੀਤਾ ਗਿਆ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਫਿਰ ਫਾਂਸੀ ਦੇ ਦਿੱਤੀ ਗਈ। ਉਹਨਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫੌਜ ਬਲੋਚ ਨੇਤਾਵਾਂ ਦੀ ਹੱਤਿਆ ਦੇ ਵਿੱਚ ਸ਼ਾਮਲ ਹੈ ਅਤੇ ਕਰੀਮਾ ਦੀ ਅਚਾਨਕ ਮੌਤ ਨੂੰ ਦੇਖਦਿਆਂ ਉਹਨਾਂ ਦੀ ਹੱਤਿਆ ਦੇ ਸ਼ੱਕ ਤੋਂ ਇਨਕਾਰ ਕਹਿੰਦੇ ਕੀਤਾ ਨਹੀਂ ਜਾ ਸਕਦਾ। ਰੋਸ ਪ੍ਰਦਰਸ਼ਨ ਕੀਤਾ ਗਿਆ ਅਮਰੀਕਾ ਦੇ ਵਿੱਚ ਕੈਨੇਡੀਅਨ ਅੰਬੈਸੀ ਦੇ ਬਾਹਰ। ਪਰ ਸ਼ਾਂਤਮਈ ਪ੍ਰਦਰਸ਼ਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਤੇ ਇਹ ਦੱਸ ਦਈਏ ਕਿ ਬੀਤੇ ਦਿਨੀ ਕਰੀਮਾ ਬਲੋਚ ਦੀ ਲਾਸ਼ ਇੱਕ ਝੀਲ ਕੋਲੋਂ ਮਿਲੀ ਸੀ। ਕੜਾਕੇ ਦੀ ਸਰਦੀ ਵੀ ਪੈ ਰਹੀ ਹੈ। ਉਸੇ ਦਿਨ ਕਰੀਮਾ ਬਲੋਚ ਦੇ ਰਿਸ਼ਤੇਦਾਰਾਂ ਨੇ ਅਤੇ ਕੁਝ ਹੋਰ ਲੋਕਾਂ ਨੇ ਆਖਿਆ ਸੀ ਕਿ ਸਾਨੂੰ ਇਹ ਮੌਤ ਕੁਦਰਤੀ ਨਹੀਂ ਜਾਪਦੀ, ਇਹ ਕਤਲ ਜਾਪਦਾ ਹੈ। ਦੇਖਦੇ ਹਾਂ ਕਿ ਲਗਾਤਾਰ ਮੰਗ ਉੱਠ ਰਹੀ ਹੈ ਕਿ ਕਰੀਮਾ ਦੀ ਮੌਤ ਤੋਂ ਬਾਅਦ ਜਾਂਚ ਕੀਤੀ ਜਾਵੇ, ਆਜ਼ਾਦ ਜਾਂਚ ਕੀਤੀ ਜਾਵੇ, ਤਾਂ ਕਿ ਪਤਾ ਲੱਗ ਸਕੇ ਕਿ ਵਾਕਈ ਕਰੀਮਾ ਦਾ ਕਤਲ ਹੋਇਆ ਜਾਂ ਫਿਰ ਕੁਦਰਤੀ ਮੌਤ ਸੀ। ਹੁਣ ਅਗਲੀ ਖਬਰ, ਭਾਰਤ ਤੋਂ ਬਾਹਰ ਲੋਕ ਬਹੁਤ ਵਸਦੇ ਆ ਭਾਰਤੀ ਆ ਕੇ। ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਉਹ ਵਾਪਸ ਆਪਣੇ ਵਤਨ ਚੱਕਰ ਮਾਰੇ, ਪਰ ਆ ਕੋਵਿਡ ਨੇ ਦੁਨੀਆ ਭਰ ਦਾ ਅਰਥਚਾਰਾ ਵੀ ਤਹਿਸ ਨਹਿਸ ਕੀਤਾ ਹੈ ਅਤੇ ਦੁਨੀਆ ਦੇ ਵਿੱਚ ਆਉਣ ਜਾਣ ਦੇ ਤਰੀਕੇ ਵੀ ਬਦਲ ਗਏ ਹੈ। ਲੋਕਾਂ ਦੇ ਮੇਲ ਮਿਲਾਪ ਦੇ ਤਰੀਕੇ ਵੀ ਬਦਲ ਗਏ ਹੈ। ਕ੍ਰਿਸਮਸ ਲੰਘ ਕੇ ਹਟਿਆ, ਨਵਾਂ ਸਾਲ ਆਇਆ, ਅੱਗੇ ਬਹੁਤ ਲੋਕ ਵੱਡੀਆਂ ਵੱਡੀਆਂ ਪਾਰਟੀਆਂ ਕਰਦੇ ਸਨ, ਵੱਡੇ ਵੱਡੇ ਵਿਆਹ ਹੁੰਦੇ ਸਨ।
पर यह सब कुछ इंज लगदा जिवें बीते समय की गल होकर रह गया होवे। मार्च महीने तो लगभग बहुत सारे मुल्कां ने कौमांतरी उड़ानां दे उत्ते पाबंदियां दा ऐलान किया होया है ते हुण भारत सरकार वालों भी नवे हुक्म जारी किए गए हैं, जिस दे तहत शहरी हवाबाजी डायरैक्टोरेट जनरल भाव DGCA ने अज करोना वायरस की बीमारी के विचकार कौमांतरी यात्री उड़ानां ते जिहड़ी रोक लगी हुई सी वो 31 जनवरी 2021 तक वधाउण दा ऐलान किया ते ये 31 दसंबर नूं समाप्त होने वाली सी। DGCA ने कहा कि यह बंदिश कार्गो ਅਤੇ विशेष तौर पर उस ਵੱਲੋਂ मंजूर उड़ानां ते लागू नहीं होएगी। इस तो पहला कोविड के नवे स्ट्रेन कारण भारत ਦੇ ਵਿਚਕਾਰ ਬਰਤਾਨੀਆ ਤੋਂ 7 जनवरी तक उड़ानां ਦੇ ਉੱਤੇ रोक लगाई हुई है। गौरतलब है कि भारत ਵਿੱਚ निर्धारित कौमांतरी उड़ानां ਤੇ पाबंदी 25 मार्च तो शुरू हुई सी, जो कई बार ਵਧਾਈ जा चुकी है। हालांकि वंदे भारत मिशन ਅਤੇ विशेष दो पक्षी समझौते तहत उड़ानां ਚੱਲ ਵੀ ਰਹੀਆਂ ਨੇ। ਹੁਣ तक 1 ਦਰਜਨ ਤੋਂ ਵੱਧ ਮੁਲਕ ਨੇ ਜਿਨ੍ਹਾਂ ਦੇ ਨਾਲ ਭਾਰਤ ਦਾ ਇਹ 에ਅਰ ਬੱਬਲ ਸਮਝੌਤਾ ਹੋਇਆ ਹੈ, जिस विच अमरीका, बरतानिया, फ्रांस, बांग्लादेश, जर्मनी, मालदीव, इथोपिया, ओमान, नीदरलैंड, कतर, बहुत सारे होर भी मुल्क ने जिन्हां दे नाल इस एयर बबल समझौते के तहत जिहड़े NRI ने जां विद्यार्थी ने जिन्हां कोल लंबे समय का भारत का वीज़ा है उन्हां नूं यात्रा की आग्या है, पर कोविड-19 की बीमारी के कारण, महामारी के कारण सिर्फ जरूरी यात्रा नूं ही बहुते मुल्कां दे वल्लों आग्या दित्ती गई है। ते हुण 31 मार्च तक कौमांतरी उड़ानां दे उत्ते अज एक बार फिर तो पाबंदी का ऐलान कर दिता है। मैं जिक्र कर रहा सी कि इकल्ले भारत ने नहीं, लगभग हर मुल्क का इहो ही आलम है। असी कनेडा, अमरीका की सरहद रोज़ाना खुली देखते सी, इधरों अपनियां कारां विच तेल अमरीका वाले पासे भराउणा, बहुत सारे लोगों ने दुध उधरों लैके आउणा, बहुत सारे लोगों ने कपड़ियां की खरीदो फरोख्त उधर करनी, तो बहुत सारे लोग सैर सपाटे के शौकीन ने कनेडियन अमेरिका दे विच अते अमेरिकन कनेडा दे विच अक्सर देखे जाते सी। पर इत्थे भी मार्च महीने के आखिरी हफ्ते तो गैर जरूरी यात्रा के उत्ते पाबंदी लगी हुई है अते वेखदे हां कि यह पाबंदी अगे वधदी है जां फिर हुण वैक्सीनेशन होने के कारण इस पाबंदी के चुके जाने की संभावना भी लगातार बरकरार है। अगली खबर तुहाडे नाल बीते 2 दिन तो साझी करते आ रहे हैं, उहदी अपडेट है कि नवजोत सिंह सिद्धू एक पिंड दे विच गए सी, बुक्कल मारी उन्होंने लोही की, उहदे उत्ते एक ओंकार साहब भी सी ਅਤੇ ਨਾਲ ਖੰਡਾ भी ਉਹਦੇ ਤੇ ਬਣਿਆ ਹੋਇਆ ਸੀ। ਹੁਣ ਕਾਂਗਰਸ ਦੇ ਸਾਬਕਾ ਮੰਤਰੀ ਵੀ ਨੇ ਤੇ ਸੀਨੀਅਰ ਲੀਡਰ ਵੀ ਨੇ। ਇੱਕ ਓਂਕਾਰ ਤੇ ਖੰਡੇ ਵਾਲੀ ਲੋਈ ਉਹਨਾਂ ਲਈ ਵਿਵਾਦਾਂ ਦਾ ਕਾਰਨ ਬਣੀ ਹੈ ਤੇ ਉਹਨਾਂ ਨੇ ਮੁਆਫੀ ਮੰਗੀ ਹੈ। ਨਵਜੋਤ ਸਿੱਧੂ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ, ਜੇਕਰ ਮੈਂ ਜਾਣੇ ਵਿੱਚ ਕਿਸੇ ਸਿੱਖ ਦੀ ਭਾਵਨਾ ਨੂੰ ਠੇਸ ਪਹੁੰਚਾ ਦਿੱਤੀ ਹੈ, ਇਸ ਲਈ ਮੈਂ ਮੁਆਫੀ ਮੰਗਦਾ। ਹਾਲਾਂਕਿ ਨਵਜੋਤ ਸਿੱਧੂ ਨੂੰ ਕਿਹਾ ਕਿ ਲੱਖਾਂ ਲੋਕ ਆਪਣੇ ਸਰੀਰ, ਪੱਗਾਂ, ਕੱਪੜਿਆਂ ਤੇ बड़े मान नाल सत्कार दे नाल सिख चिन्ह बनवाउंदे आ। कहंदे मैं भी एक निमाणे सिख वांग अणजाणे विच लोई पहन लई सी, जेकर किसी दीआं भावनावां नूं ठेस पहुंची होवे तां इस लई मैं मुआफ़ी मंगदा। दसना बनदा है कि बीते दिनी कुछ सियासी रुझेविआं दौरान नवजोत सिंह सिद्धू ने एक लोई की बुक्कल मारी, जिस दे उत्ते इको ओंकार ते खंडे का चिन्ह उकरिया होया सी। इस दौरान नवजोत सिंह सिद्धू दीआं बकायदा तस्वीरां सोशल मीडिया ते वायरल होईआं, जिस ते संगतां दे विच गुस्सा आया। इस तो इलावा बीते दिनी सिख जथेबंदियां ने श्री अकाल तख्त साहब तक पहुँच की सी अते सिद्धू के खिलाफ कार्रवाई की मंग की सी। इत्थे ही बस नहीं, इसे दौरान इस मामले में श्री अकाल तख्त साहब ने नवजोत सिद्धू नूं मुआफ़ी मंगण लई आख्या सी। इस ते नवजोत सिंह सिद्धू ने श्री अकाल तख्त साहब का हुक्म सर्वउच्च दसते हुए तुरंत गलती मन लई है, मुआफ़ी मंग लई है। चंगी गल है जेकर कोई विवाद नूं उत्थे ही ठल पाउणी होवे ते जेकर जाणे अणजाणे विच गलती होई होवे तां मुआफ़ी मंगण वाला कदे कोई छोटा नहीं हुंदा। पर इहदे नाल इह भी गल है कि जेकर वो इस तर्क दे रहे हैं कि बहुत सारे लोगों ने खंडे बनवाए आ, होर सिख चिन्ह बनवाए ने, वो भी कोई बहुती चंगी गल नहीं। सो अगली खबर तुहाडे नाल साझी करदे हां कि नज़रां टिकियां होईयां सी 30 दसंबर दे उत्ते केंद्र ते किसानां दे विचकार मुलाकात होनी सी। 22 दिनों के डैडलॉक तो बाद आखिरकार ये दिन आया सी जदों लगदा सी कि केंद्र ते किसानां दे विचकार जिहड़ी 6वें दौर की गलबात होनी है वो पहलियां 5 बैठकां नालों कुछ वक्री होएगी, क्योंकि पहलियां 5 मीटिंगां दे विच दोवां धिरां दे विचकार रेड़का उवें ही कायम रहा, जिथे एक पासे केंद्र सरकार ने किसान आगूआं नूं अपणियां सुझाईआं तजवीज़ां ते सहमत होण लई दबाव बनाया होया,
ਉੱਥੇ ਦੂਸਰੇ ਪਾਸੇ ਕਿਸਾਨ ਆਗੂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ, ਫਸਲ ਖਰੀਦਣ ਦੀ ਗਰੰਟੀ ਦੇਣ ਤੇ ਅੜੇ ਹੋਏ ਨੇ, ਡਟੇ ਹੋਏ ਨੇ। ਦੱਸਣਾ ਬਣਦਾ ਕਿ ਪਹਿਲਾਂ ਇਹ ਮੀਟਿੰਗ 29 ਤਰੀਕ ਨੂੰ ਹੋਣੀ ਸੀ, ਪਰ ਬਾਅਦ ਦੇ ਵਿੱਚ ਕੇਂਦਰ ਨੇ ਕਿਹਾ ਕਿ 29 ਦੀ ਬਜਾਏ 30 ਦਸੰਬਰ ਨੂੰ ਕਰਾਂਗੇ। ਪਹਿਲੇ ਗੇੜ ਦੀਆਂ ਬੈਠਕਾਂ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨੂੰ ਮੁੜ ਦੁਹਰਾਇਆ, ਪਰ ਸਰਕਾਰ ਦਾ ਇਸ ਉੱਤੇ ਕੋਈ ਵੀ ਸਕਾਰਾਤਮਕ ਪ੍ਰਤੀਕਰਮ ਨਜ਼ਰ ਨਹੀਂ ਸੀ ਆਇਆ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਪਹਿਲੀਆਂ 5 ਬੈਠਕਾਂ ਸਮੇਂ ਜਿਨ੍ਹਾਂ ਤਰਕਾਂ ਤੇ ਗੱਲ ਕਰ ਰਹੀ ਸੀ, ਇਸ ਬੈਠਕ ਵਿੱਚ ਉਹ ਇੱਕ ਕਦਮ ਪਿਛਾਂਹ ਹੁੰਦੀ ਨਜ਼ਰ ਆਈ। ਦੱਸਣਾ ਬਣਦਾ ਕਿ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਜਿਹੜੀ 6ਵੇਂ ਦੌਰ ਦੀ ਗੱਲਬਾਤ ਹੋਈ ਹੈ, ਜਿਸ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪੀਯੂਸ਼ ਗੋਇਲ, ਵਪਾਰੀ ਮੰਤਰੀ, ਵਣਜ ਵਪਾਰ ਮੰਤਰੀ ਸੋਮ ਪ੍ਰਕਾਸ਼ ਇਹ ਵਿਗਿਆਨ ਭਵਨ ਦੇ ਵਿੱਚ ਜਥੇਬੰਦੀਆਂ ਦੇ ਨਾਲ ਗੱਲਬਾਤ ਕਰ ਰਹੇ ਸਨ। ਪਿਛਲੀ ਬੈਠਕ ਦੇ ਵਿੱਚ 5 ਦਸੰਬਰ ਨੂੰ ਜਿਹੜੀ ਹੋਈ ਸੀ, ਕਿਸਾਨ ਆਗੂ ਆਪਣੀਆਂ ਤੇ ਮੰਗਾਂ ਤੇ ਡਟੇ ਹੋਏ ਆ, ਸਿਰਫ ਨਵੇਂ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਆ ਤੇ ਅੱਜ 35 ਦਿਨ ਹੋ ਚੁੱਕੇ ਆ ਕਿਸਾਨਾਂ ਦੇ ਅੰਦੋਲਨ ਤੇ ਜਾਣਕਾਰੀ ਮਿਲ ਰਹੀ ਹੈ ਕਿ ਵਿਗਿਆਨ ਭਵਨ ਦੇ ਵਿੱਚ 40 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ। ਇਸ ਬੈਠਕ ਦੇ ਵਿੱਚ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨ ਲਈਆਂ ਨੇ, ਜਿਸ ਦੇ ਵਿੱਚ ਬਿਜਲੀ ਸੋਧ ਬਿੱਲ 2020 ਉਹ ਕਹਿੰਦੇ ਸਰਕਾਰ ਨਹੀਂ ਲੈ ਕੇ ਆਏਗੀ। ਦੂਸਰਾ ਪਰਾਲੀ ਵਾਲਾ ਮੁੱਦਾ, ਉਹ ਕਹਿੰਦੇ ਜਿਸ ਦੇ ਵਿੱਚ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ 1 ਕਰੋੜ ਤੱਕ ਜੁਰਮਾਨੇ ਦੀ ਤਜਵੀਜ਼ ਸੀ, ਭਾਵ ਕਿ ਸਰਕਾਰ ਹਵਾ ਪ੍ਰਦੂਸ਼ਣ ਨਾਲ ਜੁੜੇ ਆਰਡੀਨੈਂਸ ਵਿੱਚ ਬਦਲਾਅ ਕਰਨ ਲਈ ਸਹਿਮਤ ਹੋ ਗਈ ਹੈ, ਪਰ ਸਰਕਾਰ ਹਾਲੇ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ। ਇਸ ਤੋਂ ਇਲਾਵਾ ਸਰਕਾਰ ਨੇ MSP ਤੇ ਲਿਖਤੀ ਗਾਰੰਟੀ ਨੂੰ ਦੁਹਰਾਇਆ। ਉੱਥੇ ਹੀ ਹੁਣ ਅਗਲੀ ਮੀਟਿੰਗ ਆ ਜਿਹੜੀ ਉਹ 4 ਜਨਵਰੀ ਨੂੰ ਦੱਸੀ ਗਈ ਹੈ ਤੇ ਸੂਤਰਾਂ ਮੁਤਾਬਕ MSP ਤੇ ਕਮੇਟੀ ਬਣਾਉਣ ਨੂੰ ਸਰਕਾਰ ਤਿਆਰ ਹੋਈ ਹੈ ਤੇ ਇਸ ਮੀਟਿੰਗ ਤੋਂ ਤੁਰੰਤ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਈ ਮੁੱਦਿਆਂ ਤੇ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਗੱਲਬਾਤ ਹੋਈ ਤੇ ਲਗਭਗ 50% ਉਹ ਕਹਿੰਦੇ ਸਹਿਮਤੀ ਬਣ ਗਈ ਹੈ। ਕਿਸਾਨਾਂ ਲਈ ਸਨਮਾਨ ਅਤੇ ਸੰਵੇਦਨਾ, ਉਮੀਦ ਹੈ ਕਿ ਕਿਸਾਨ ਅਤੇ ਸਰਕਾਰ ਦੇ ਵਿਚਕਾਰ ਬੜੀ ਜਲਦ ਕਹਿੰਦੇ ਸਹਿਮਤੀ ਬਣ ਜਾਏਗੀ। ਇਸ ਵਾਸਤੇ ਸਰਕਾਰ ਕਹਿੰਦੇ ਪਹਿਲੇ ਦਿਨ ਤੋਂ ਤਿਆਰ ਹੈ। ਉੱਥੇ ਹੀ ਉਹਨਾਂ ਕਿਹਾ ਕਿ ਅੰਦੋਲਨਕਾਰੀ ਕਿਸਾਨ, ਬਜ਼ੁਰਗ, ਬੱਚੇ ਅਤੇ ਔਰਤਾਂ ਨੂੰ ਵਾਪਸ ਘਰਾਂ ਦੇ ਵਿੱਚ ਭੇਜ ਦੇਣ ਕਿਉਂਕਿ ਠੰਡ ਬਹੁਤ ਹੈ। ਤੇ ਦੂਸਰੇ ਪਾਸੇ ਰਾਜਨਾਥ ਸਿੰਘ ਹੋਰਾਂ ਨੇ ਇੱਕ TV ਚੈਨਲ ਦੇ ਨਾਲ ਮੁਲਾਕਾਤ ਕਰਦਿਆਂ ਆ ਜਿਹੜਾ ਸਰਕਾਰ ਦਾ ਅੱਜ ਤੱਕ ਦਾ ਪੱਖ ਸੀ, ਜਿਸ ਦੇ ਵਿੱਚ ਸਰਕਾਰ ਨੂੰ ਇਹ ਲੱਗਦੇ ਸੀ ਕਿ ਇਹ ਮਾਓਵਾਦੀ ਬੈਠੇ ਨੇ, ਲੱਗਦਾ ਸੀ ਖਾਲਿਸਤਾਨੀ ਬੈਠੇ ਨੇ, ਲੱਗਦਾ ਸੀ ਕਿ ਪਾਕਿਸਤਾਨੀ ਏਜੰਸੀਆਂ ਦੇ ਬੰਦੇ ਬੈਠੇ ਨੇ, ਅੱਜ ਉਹਨਾਂ ਨੇ ਆਪਣੀ ਇੱਕ ਮੁਲਾਕਾਤ ਵਿੱਚ ਕਿਹਾ ਕਿ ਮੈਨੂੰ ਲੱਗਦਾ ਕਿ ਜਿਹੜੇ ਲੋਕ ਇਹਨਾਂ ਨੂੰ ਇਸ ਤਰ੍ਹਾਂ ਦੇ ਭੱਦੇ ਟੈਗ ਲਾ ਰਹੇ ਨੇ, ਇੰਜ ਨਹੀਂ ਹੋਣਾ ਚਾਹੀਦਾ, ਕਿਸਾਨਾਂ ਦੇ ਸਨਮਾਨ ਵਿੱਚ ਸਾਡਾ ਸਿਰ ਝੁਕਦਾ ਹੈ। ਪਰ ਰਾਜਨਾਥ ਸਿੰਘ ਜੀ, ਇਹ ਤੁਹਾਡੇ ਹੀ ਕਈ ਸੈਂਟਰ ਦੇ ਮੰਤਰੀ ਸੀ ਜਿਹੜੇ ਅੱਜ ਤੱਕ ਇਹ ਟੈਗ ਲਾਉਂਦੇ ਰਹੇ। ਬਹੁਤ ਸਾਰਾ ਮੀਡੀਆ ਸੀ ਜਿਹੜਾ ਕਿਸਾਨਾਂ ਦੇ ਉੱਤੇ ਇਹ ਟੈਗ ਲਾਉਂਦਾ ਰਿਹਾ। ਲੱਗਦਾ ਹੈ ਕਿ ਸ਼ਾਇਦ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਿਸਾਨੀ ਮੁੱਦਾ ਹੱਲ ਹੋ ਜਾਵੇ, ਇਸ ਵਾਸਤੇ ਆਸਵੰਦ ਰਹਿਣਾ ਚਾਹੀਦਾ। ਤੇ ਅਗਲੀ ਜਿਹੜੀ ਗੱਲ ਹੈ, ਅਗਲੀ ਖਬਰ ਹੈ, ਉਹ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਕਾਂਗਰਸ ਨੇ ਇੱਕ ਨਵਾਂ ਫਾਰਮੂਲਾ ਦਿੱਤਾ ਹੈ। ਵੈਸੇ ਫਾਰਮੂਲਾ ਇਹ ਕਾਂਗਰਸ ਨਹੀਂ, ਇਹ ਅਕਾਲੀ ਨਹੀਂ, ਇਹ ਸਰਕਾਰ ਨੂੰ ਜਿਹੜੇ ਕਿਸਾਨ ਲੀਡਰ ਨੇ ਉਹ ਵੀ ਸਮੇਂ-ਸਮੇਂ ਤੇ ਕਹਿੰਦੇ ਰਹੇ ਆ। ਹੁਣ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਉਹਦੇ ਵਿੱਚ ਆਖਿਆ ਕਿ ਕਿਸਾਨਾਂ ਨੂੰ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਆ ਕੇ ਗੱਲਬਾਤ ਕਰ ਲੈਣ। ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਆਓ। ਦੋਵਾਂ ਪਾਰਟੀਆਂ ਨੇ ਕਿਹਾ ਕਿ ਇਸ ਤੋਂ ਬਗੈਰ ਗੱਲਬਾਤ ਦਾ ਕੋਈ ਨਤੀਜਾ ਨਿਕਲਣ ਵਾਲਾ ਨਹੀਂ। ਖੇਤੀ ਕਾਨੂੰਨਾਂ ਤੇ ਕੇਂਦਰ ਨਾਲ ਕਿਸਾਨ ਆਗੂਆਂ ਦੀ ਅੱਜ ਜਿਹੜੀ ਮੁਲਾਕਾਤ ਹੋਈ ਹੈ, ਉਹਦੇ ਤੋਂ ਬਾਅਦ ਕੇਂਦਰੀ ਵਜ਼ੀਰ ਵੀ ਰਹੇ ਨੇ, ਬਠਿੰਡਾ ਤੋਂ ਸੰਸਦ ਮੈਂਬਰ ਵੀ ਨੇ ਹਰਸਿਮਰਤ ਕੌਰ ਬਾਦਲ। ਉਹਨਾਂ ਕਿਹਾ ਕਿ ਕਿਸਾਨਾਂ ਦੀ ਇਸ ਗੱਲਬਾਤ ਦੇ ਜਾਲ ਨੂੰ ਉਲਝਾਉਣਾ ਨਹੀਂ, ਸਗੋਂ ਸੁਲਝਾਉਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਗੱਲਾਂ ਬਾਤਾਂ ਦਾ ਕੋਈ ਨਤੀਜਾ ਨਹੀਂ ਨਿਕਲਣਾ। ਹਰਸਿਮਰਤ ਬਾਦਲ ਨੇ ਇੱਕ ਟਵੀਟ ਕੀਤਾ ਕਿ ਸਾਡੇ ਕਿਸਾਨ ਜਿੱਤ ਦੀ ਕਗਾਰ ਤੇ ਪਹੁੰਚ ਚੁੱਕੇ ਨੇ। ਮੈਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨੂੰ ਸਿੱਧੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦੀ ਅਪੀਲ ਕਰਦੀ ਹਾਂ। ਕਈ ਬੈਠਕਾਂ ਦੇ ਬਾਵਜੂਦ ਕਹਿੰਦੇ ਕੋਈ ਨਤੀਜਾ ਨਹੀਂ ਨਿਕਲ ਸਕਿਆ। ਉਹਨਾਂ ਕਿਹਾ ਕਿ ਜੇਕਰ ਕੇਂਦਰ ਨੇ ਕਾਨੂੰਨਾਂ ਨੂੰ ਲੈ ਕੇ ਆਏ ਨੇ, ਉਹਨਾਂ ਦੀ ਚੇਤਾਵਨੀ ਤੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਉਹਨਾਂ ਦੇ ਪ੍ਰਤੀ ਗੁੱਸਾ ਨਾ ਹੁੰਦਾ, ਇਹ ਰੇੜਕਾ ਨਾ ਬਣਿਆ ਹੁੰਦਾ। ਟਵਿੱਟਰ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰਦੇ ਹੋਏ ਟਵੀਟ ਕਰਕੇ ਕਿਹਾ ਕਿ ਲੋਕਤੰਤਰ ਦੇ ਵਿੱਚ ਲੋਕਾਂ ਦੀ ਇੱਛਾ ਪਹਿਲ ਹੁੰਦੀ ਹੈ
ਦੱਸਣਾ ਬਣਦਾ ਕਿ ਹਰਸਿਮਰਤ ਨੇ ਖੇਤੀ ਕਾਨੂੰਨਾਂ ਤੇ ਆਖਰਕਾਰ ਮਤਭੇਦਾਂ ਤੋਂ ਬਾਅਦ ਇਸੇ ਹੀ ਸਾਲ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ ਵਜ਼ਾਰਤ ਵਿੱਚੋਂ ਅਸਤੀਫਾ ਵੀ ਦਿੱਤਾ ਸੀ ਤੇ ਵੱਖਰੇ ਹੋ ਗਏ ਸਨ। ਤੇ ਦੂਸਰੇ ਪਾਸੇ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਜਾਖੜ, ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਸਿੱਧੀ ਗੱਲਬਾਤ ਦੀ ਹਮਾਇਤ ਕੀਤੀ ਹੈ। ਉਹ ਕਹਿੰਦੇ ਗੱਲਬਾਤ ਨੂੰ ਸਫਲ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਜਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮੁਲਾਕਾਤ ਜਾਂ ਮੀਟਿੰਗ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜਾਖੜ ਨੇ ਟਵੀਟ ਕੀਤਾ ਕਿ ਮੁੱਦੇ ਦੇ ਹੱਲ ਲਈ ਅਮਿਤ ਸ਼ਾਹ ਦੀ ਗੱਲਬਾਤ ਮਗਰੋਂ ਹੁਣ ਅਗਲੇ ਪੱਧਰ ਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਗੱਲਬਾਤ ਨੂੰ ਸਫਲ ਬਣਾਉਣ ਲਈ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਸ਼ਾਮਲ ਹੋਣ ਤਾਂ ਕਿਤੇ ਇਸ ਮੁਸ਼ਕਲ ਦਾ ਹੱਲ ਨਿਕਲੇਗਾ, ਨਹੀਂ ਕੋਈ ਨਤੀਜਾ ਨਿਕਲਣ ਵਾਲਾ ਨਹੀਂ। ਤੇ ਅਗਲੀ ਖਬਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਵਾਲੀ ਹੈ, ਕਿਉਂਕਿ ਕੇਂਦਰੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਤਿੱਖਾ ਹੋਈ ਜਾ ਰਿਹਾ ਹੈ। ਇਸੇ ਹੀ ਦੌਰਾਨ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨ ਨਾਇਕ ਜਨਤਾ ਪਾਰਟੀ ਜੇਜੇਪੀ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ। ਕਿਸਾਨਾਂ ਨੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਦਾਖਲੇ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਜੋ ਕਿਸਾਨ ਕੇ ਸਾਥ ਖੜੇਗਾ ਉਹ ਗਾँव में ਵੜੇਗਾ। ਪੋਸਟਰ ਲੱਗੇ ਨਜ਼ਰ ਆ ਰਹੇ ਨੇ। ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਕਾਦਰਾਬਾਦ, ਫਤਿਆਬਾਦ ਦੇ ਪਿੰਡ ਤਲਵਾੜਾ ਅਤੇ ਹਰਿਆਣੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਪੋਸਟਰ ਲੱਗੇ ਨਜ਼ਰ ਆ ਰਹੇ ਨੇ, ਜਿਸ ਦੇ ਵਿੱਚ ਭਾਜਪਾ ਤੇ ਜੇਜੇਪੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਵਿਰੋਧ ਪਾਣੀਪਤ, ਸੋਨੀਪਤ, ਹਿਸਾਰ, ਸਿਰਸਾ, ਅੰਬਾਲਾ ਇਹਨਾਂ ਸ਼ਹਿਰਾਂ ਵਿੱਚ ਵੀ ਲਗਾਤਾਰ ਨਜ਼ਰ ਆ ਰਿਹਾ ਹੈ। ਇਸ ਸੰਘਰਸ਼ ਦਾ ਅਸਰ ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ਤੇ ਐਨ ਦੇਖਿਆ ਜਾ ਰਿਹਾ ਹੈ। ਸੱਤਾ ਤੇ ਕਾਬਜ਼ ਹੈ ਭਾਜਪਾ ਤੇ ਜੇਜੇਪੀ, ਪਰ ਇਹਦੇ ਗੱਠਜੋੜ ਦੇ ਉਮੀਦਵਾਰਾਂ ਨੂੰ ਇਹਨਾਂ ਵੋਟਾਂ ਦੇ ਵਿੱਚ, ਚੋਣਾਂ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਨਤੀਜੇ ਅੱਜ ਹੀ ਆਇਆ। 3 ਮੇਅਰਾਂ ਦੀ ਚੋਣ ਵਿੱਚੋਂ ਭਾਜਪਾ ਨੂੰ 2 ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 1 ਸੀਟ ਭਾਜਪਾ ਹਾਸਲ ਕਰ ਸਕੀ ਹੈ। ਰਿਵਾੜੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿੱਚ ਭਾਜਪਾ ਦੀ ਉਮੀਦਵਾਰ ਦੀ ਜਿੱਤ ਹੋਈ ਹੈ, ਜਦਕਿ ਮਿਊਨਿਸਪਲ ਕਮੇਟੀ ਸਾਂਪਲਾ, ਧਰੂਹੇੜਾ ਅਤੇ ਉਕਲਾਣਾ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪੰਚਕੂਲਾ ਨਿਗਮ ਚੋਣਾਂ ਵਿੱਚ ਭਾਜਪਾ ਦੇ ਮੇਅਰ ਅਹੁਦੇ ਲਈ ਉਮੀਦਵਾਰ ਕੁਲਭੂਸ਼ਣ ਗੋਇਲ ਨੇ ਕਾਂਗਰਸ ਦੇ ਉਮੀਦਵਾਰ ਉਪਿੰਦਰ ਨੂੰ ਲਗਭਗ 2000 ਵੋਟਾਂ ਦੇ ਫਰਕ ਨਾਲ ਹਰਾਇਆ ਹੈ, ਜਦੋਂ ਕਿ ਅੰਬਾਲਾ ਵਿੱਚ ਹਰਿਆਣਾ ਜਨ ਚੇਤਨਾ ਪਾਰਟੀ ਦੀ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ ਭਾਜਪਾ ਉਮੀਦਵਾਰ ਵੰਦਨਾ ਸ਼ਰਮਾ ਨੂੰ 7000 ਤੋਂ ਵੱਧ ਵੋਟਾਂ ਨਾਲ ਹਰਾ ਕੇ ਚੋਣ ਜਿੱਤ ਲਈ ਹੈ। ਸੋਨੀਪਤ ਵਿੱਚ ਕਾਂਗਰਸੀ ਉਮੀਦਵਾਰ ਨਿਖਲ ਮੈਦਾਨ ਨੇ 55000 ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ। ਭਾਜਪਾ ਉਮੀਦਵਾਰ ਲਲਿਤ ਬਤਰਾ ਨੂੰ 13000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਮਿਊਨਿਸਪਲ ਕਮੇਟੀ ਉਕਲਾਣਾ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਸੁਸ਼ੀਲ ਸ਼ਾਹੀ ਨੇ ਭਾਜਪਾ ਤੇ ਜੇਜੇਪੀ ਦੇ ਉਮੀਦਵਾਰ ਮਹਿੰਦਰ ਸੋਨੀ ਨੂੰ ਹਰਾ ਦਿੱਤਾ ਹੈ। ਸਾਂਪਲਾ ਵਿੱਚ ਆਜ਼ਾਦ ਉਮੀਦਵਾਰ ਪੂਜਾ ਅਤੇ ਧਰੂਹੇੜਾ ਤੋਂ ਆਜ਼ਾਦ ਉਮੀਦਵਾਰ ਕੰਵਰ ਸਿੰਘ ਨੇ ਭਾਜਪਾ ਦੇ ਉਮੀਦਵਾਰ ਸੰਦੀਪ ਭੂਰਾ ਨੂੰ 632 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਵਿੱਚ ਕਿਸਾਨ ਅੰਦੋਲਨ ਦਾ ਬਹੁਤਾ ਅਸਰ ਨਾ ਹੋਣ ਬਾਰੇ ਇੱਕ ਵਾਰ ਨਹੀਂ ਅਨੇਕਾਂ ਵਾਰ ਆਖ ਚੁੱਕਿਆ, ਪਰ ਆ ਨਤੀਜੇ ਇਸ਼ਾਰੇ ਕੁਝ ਹੋਰ ਕਰ ਰਹੇ ਆ। ਜੇਕਰ ਹਾਲੇ ਵੀ ਭਾਜਪਾ ਨੇ ਨਾ ਸਮਝਿਆ ਤਾਂ ਸ਼ਾਇਦ ਇਹ ਤਾਂ ਨਿਗਮ ਚੋਣਾਂ ਸੀ। ਵਿਧਾਨ ਸਭਾ ਚੋਣਾਂ ਤੇ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕ ਕਰਾਰੀ ਹਾਰ ਇਹਨਾਂ ਦੀ ਫਿਰ ਝੋਲੀ ਪਾਉਣਗੇ। ਤੇ ਅਗਲੀ ਖਬਰ ਬੜੀ ਮੰਦਭਾਗੀ ਖਬਰ ਹੈ, ਸਿੰਘੂ ਬਾਰਡਰ ਤੋਂ ਮਿਲ ਰਹੀ ਹੈ। ਸਿੰਘੂ ਬਾਰਡਰ ਤੇ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਆਰ-ਪਾਰ ਦੀ ਲੜਾਈ ਜਾਰੀ ਹੈ। ਆਏ ਦਿਨ ਕਿਸੇ ਨੂੰ ਕਿਸੇ ਕਿਸਾਨ ਦੇ ਇੱਥੇ ਆਪਣੀ ਜਾਨ ਗਵਾ ਲੈਣ ਦੀ ਖਬਰ ਸਾਹਮਣੇ ਆਉਂਦੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਰਾਏਪੁਰ ਖੁਰਦ ਦਾ ਇੱਕ ਕਿਸਾਨ ਧਰਨੇ ਦੇ ਦੌਰਾਨ ਠੰਡ ਲੱਗਣ ਕਾਰਨ ਬਿਮਾਰ ਹੋਇਆ ਅਤੇ ਅਜਨਾਲਾ ਦੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ। ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਲਕਾ ਰਾਜਾ ਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਨੇ ਕਿਹਾ ਕਿ ਜਿੱਥੇ ਇਹਨਾਂ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਤੇ ਇਹਦਾ ਜ਼ਿੰਮੇਵਾਰ ਕੇਂਦਰ ਸਰਕਾਰ ਹੈ, ਉੱਥੇ ਉਹਨਾਂ ਨੇ ਪੰਜਾਬ ਕਾਂਗਰਸ ਸਰਕਾਰ ਉਹਦੇ ਉੱਤੇ ਵੀ ਨਿਸ਼ਾਨੇ ਬੰਨੇ। ਸਰਕਾਰ ਵੱਲੋਂ ਕਹਿੰਦੇ ਪੰਜਾਬ ਦੀ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਕੋਈ ਬਹੁਤੇ ਵੱਡੇ ਫੈਸਲੇ ਨਹੀਂ ਕੀਤੇ ਗਏ ਜਿਸ ਨਾਲ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ ਸਕਦੇ। ਉਹਨਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਹ ਹਲੇ ਖਬਰ ਦੀ ਸਿਆਹੀ ਨਹੀਂ ਸੀ ਸੁੱਕੀ। ਤੇ ਦੂਸਰੇ ਪਾਸੇ ਟਿਕਰੀ ਵਾਲੇ ਬਾਰਡਰ ਤੋਂ ਵੀ ਇੱਕ ਬੜੀ ਮੰਦਭਾਗੀ ਖਬਰ ਮਿਲੀ ਹੈ। ਮਾਨਸਾ ਜ਼ਿਲ੍ਹੇ 'ਚ ਪੈਂਦਾ ਪਿੰਡ ਭਾਦੜਾ, ਉੱਥੋਂ ਦੇ ਨੌਜਵਾਨ ਜਗਸੀਰ ਸਿੰਘ, ਇੱਕ ਅਣਪਛਾਤੀ ਗੱਡੀ ਨੇ ਉਹਨਾਂ ਨੂੰ ਫੇਟ ਮਾਰੀ ਤੇ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੀਤੀ ਰਾਤ 31 ਵਰ੍ਹਿਆਂ ਦੇ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਭਾਦੜਾ ਟਿਕਰੀ ਬਾਰਡਰ ਤੋਂ ਲਗਭਗ 14 ਕਿਲੋਮੀਟਰ ਦੂਰੀ ਤੇ ਸਥਿਤ 158 ਨੰਬਰ ਪੋਲ ਦੇ ਨਜ਼ਦੀਕ ਪਕੌੜਾ ਚੌਂਕ ਸੜਕ ਪਾਰ ਕਰ ਰਹੇ ਸੀ ਕਿ ਤੇਜ਼ ਗੱਡੀ ਨੇ ਅਣਪਛਾਤੀ ਗੱਡੀ ਸੀ ਜਿਹੜੀ ਉਹਨੂੰ ਫੇਟ ਮਾਰ ਦਿੱਤੀ, ਜਿਸ ਨਾਲ ਜਗਸੀਰ ਦੀ ਮੌਕੇ ਤੇ ਮੌਤ ਹੋ ਗਈ। ਜਗਸੀਰ 6 ਏਕੜ ਜ਼ਮੀਨ ਦਾ ਮਾਲਕ ਸੀ। ਇਹ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਸੰਬੰਧਿਤ ਸੀ। ਕਿਸਾਨ ਆਗੂ ਨੇ ਦੱਸਿਆ ਕਿ ਜਗਸੀਰ ਸਿੰਘ ਦਿੱਲੀ ਕਿਸਾਨ ਅੰਦੋਲਨ ਦਾ ਸ਼ਹੀਦ ਹੈ, ਜੋ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਏ। ਉਹਨਾਂ ਪੰਜਾਬ ਕਾਂਗਰਸ ਤੋਂ ਮੰਗ ਕੀਤੀ ਹੈ, ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਸੀਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ ਮੁਆਫ ਕੀਤਾ ਜਾਵੇ। ਤੁਸੀਂ ਦੇਖੋ ਕਿ 31 ਵਰ੍ਹਿਆਂ ਦੀ ਭਲਾ ਕੀ ਉਮਰ ਹੁੰਦੀ ਹੈ। ਹੁਣ ਛੋਟੇ ਛੋਟੇ ਬੱਚੇ ਨੇ ਤੇ ਉਹਦੀ ਘਰਵਾਲੀ ਹਜੇ ਜਵਾਨੀ ਦੀ ਦਹਲੀਜ਼ ਤੇ ਹੈ। ਬੜੀਆਂ ਦੁਖਦਾਈ ਮੌਤਾਂ ਹੋ ਰਹੀਆਂ ਨੇ ਤੇ ਇਸੇ ਤਰ੍ਹਾਂ ਇੱਕ ਹੋਰ ਖਬਰ ਵੀ ਮੰਦਭਾਗੀ ਇਸੇ ਅੰਦੋਲਨ ਨਾਲ ਸੰਬੰਧਿਤ ਮਿਲੀ ਹੈ। ਸੰਘਰਸ਼ ਵੀ ਲਗਾਤਾਰ ਤਿੱਖਾ ਹੋਈ ਜਾ ਰਿਹਾ ਹੈ ਤੇ ਆ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਇਸ ਆਪਣੇ ਸਿਪਾਹੀ ਨੂੰ, ਜਿਸ ਦੀ ਜਾਨ ਗਈ ਹੈ, ਸ਼ਹੀਦ ਕਰਾਰ ਦਿੱਤਾ ਹੈ ਤੇ ਜਿੰਨੀਆਂ ਵੀ ਮੌਤਾਂ ਹੁਣ ਤੱਕ ਹੋਈਆਂ ਨੇ, ਕਿਸਾਨ ਜਥੇਬੰਦੀਆਂ ਸਾਰਿਆਂ ਨੂੰ ਸ਼ਹੀਦ ਕਰਾਰ ਦੇ ਰਹੀਆਂ ਨੇ। ਕਿਸਾਨ ਜਥੇਬੰਦੀਆਂ ਨੇ ਲਾਸ਼ ਪਿੰਡ ਵਿੱਚ ਰੱਖ ਕੇ ਪ੍ਰਦਰਸ਼ਨ ਵੀ ਸ਼ੁਰੂ ਕੀਤਾ, ਜਿਨ੍ਹਾਂ ਵੱਲੋਂ ਕਈ ਮੰਗਾਂ ਵੀ ਰੱਖੀਆਂ ਗਈਆਂ ਨੇ। ਜਾਣਕਾਰੀ ਦੇ ਮੁਤਾਬਕ ਪਿੰਡ ਗੰਗਾ ਅਬਲੂ ਦਾ 65 ਵਰ੍ਹਿਆਂ ਦਾ ਕਿਸਾਨ ਬਲਦੇਵ ਸਿੰਘ 1 ਮਹੀਨੇ ਤੋਂ ਦਿੱਲੀ ਦੇ ਵਿੱਚ ਚੱਲ ਰਹੇ ਇਸ ਅੰਦੋਲਨ ਦਾ ਹਿੱਸਾ ਸੀ, ਜੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਪੱਕਾ ਮੈਂਬਰ ਵੀ ਸੀ। 2 ਪੁੱਤਰ ਨੇ, ਦੋਵੇਂ ਵਿਆਹੇ ਵਰੇ ਹੈ। ਪਰਿਵਾਰ ਦੇ ਕੋਲ ਸਿਰਫ 2 ਏਕੜ ਜ਼ਮੀਨ ਹੈ। ਇਹਨਾਂ ਦੇ ਸਿਰ ਲਗਭਗ 3 ਲੱਖ ਰੁਪਏ ਦਾ ਕਰਜ਼ਾ ਹੈ। ਬੀਤੀ ਰਾਤ ਉਹ ਹੋਰ ਕਿਸਾਨਾਂ ਦੇ ਨਾਲ ਦਿੱਲੀ ਤੋਂ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ ਕਿ ਬਹਾਦਰਗੜ੍ਹ ਦੇ ਨੇੜੇ ਰੇਲ ਗੱਡੀ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ। ਸ਼ੱਕ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹੁਣ ਤੁਸੀਂ ਦੇਖੋ ਕਿ ਇੱਕੋ ਹੀ ਦਿਨ ਦੇ ਵਿੱਚ 3 ਮੌਤਾਂ, ਇੱਕ ਤੋਂ ਬਾਅਦ ਇੱਕ ਮੌਤ ਜਦੋਂ ਆਉਂਦੀ ਹੈ ਤਾਂ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਲੋਕਾਂ ਦੇ ਹੌਸਲੇ ਪਸਤ ਨਹੀਂ ਹੁੰਦੇ, ਪਰ ਉਸੇ ਜਜ਼ਬੇ ਨਾਲ ਬੈਠੇ ਹੈ ਤੇ ਉਹ ਕਹਿੰਦੇ ਜਿੱਤ ਸਾਨੂੰ ਨਸੀਬ ਹੋਣੀ ਹੈ, ਭਾਵੇਂ ਦੂਰ ਹੋਵੇ ਭਾਵੇਂ ਨੇੜੇ ਹੋਵੇ। ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਸਨ ਇਸ ਵਿਅਕਤੀ ਦੀ ਲਾਸ਼ ਨੂੰ ਪਿੰਡ ਵਿੱਚ ਰੱਖ ਕੇ ਕਿ ਕਿਸਾਨ ਦੇ ਸਿਰ ਚੜ੍ਹਿਆ, ਪਰਿਵਾਰ ਦੇ ਸਿਰ ਚੜ੍ਹਿਆ ਕਰਜ਼ ਮੁਆਫ ਕੀਤਾ ਜਾਵੇ, 10 ਲੱਖ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਇਹ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਸੋ ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੇ ਕੁਝ ਭਾਜਪਾ ਨੂੰ ਸ਼ੀਸ਼ਾ ਦਿਖਾ ਦਿੱਤਾ ਤੇ ਕੁਝ ਕਿਸਾਨ ਅੰਦੋਲਨ ਦੀਆਂ ਮੀਟਿੰਗਾਂ ਦੇ ਵਿੱਚ ਕੀ ਕੁਝ ਹੋਇਆ, ਇਹ ਸਾਰੀਆਂ ਖਬਰਾਂ ਤੁਹਾਡੇ ਸੁਪੁਰਦ ਕਰ ਦਿੱਤੀਆਂ ਗਈਆਂ ਨੇ। ਜੇਕਰ ਜਾਣਕਾਰੀਆਂ ਚੰਗੀਆਂ ਲੱਗੀਆਂ ਨੇ, ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰਨ ਦੀ ਕੋਈ ਕਸਰ ਨਾ ਛੱਡਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵੀ ਜ਼ਰੂਰ ਨੱਪ ਲੈਣੀ। ਹੁਣ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੇ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ।